ਅੱਜ ਹੰਬੜਾ ਦੀ ਇਸ ਸਹਿਕਾਰੀ ਸਭਾ ਦੇ ਵਿੱਚ ਮੰਚ ਤੇ ਬੈਠੇ ਮਾਹਿਰ ਸਾਹਿਬਾਨ, ਸਹਿਕਾਰੀ ਸਭਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਸਾਹਿਬਾਨ ਔਰ ਅਲੱਗ-ਅਲੱਗ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਕੱਤਰ, ਸਮੁੱਚੇ ਮੈਂਬਰ, ਅਲੱਗ-ਅਲੱਗ ਪਿੰਡਾਂ ਤੋਂ ਆਏ ਪੰਚ, ਸਰਪੰਚ ਸਾਹਿਬਾਨ ਤੇ ਹੋਰ ਅਲੱਗ-ਅਲੱਗ ਸਭਾ ਸੁਸਾਇਟੀਆਂ ਦੇ ਮੈਂਬਰ, ਅਹੁਦੇਦਾਰ, ਮੈਂ ਹੰਬੜਾ ਦੀ ਇਹ ਸਹਿਕਾਰੀ ਸਭਾ ਦੇ ਵਿੱਚ ਆਉਣ 'ਤੇ ਔਰ ਇਹ 61ਵਾਂ ਜਿਹੜਾ ਸਰਵ ਭਾਰਤੀ ਸਹਿਕਾਰੀ ਸਪਤਾਹ ਮਨਾ ਰਹੇ ਹੋ, ਉਹਦੇ ਵਿੱਚ ਇੱਥੇ ਪਹੁੰਚਣ 'ਤੇ ਦੂਰਦਰਸ਼ਨ ਜਲੰਧਰ ਵੱਲੋਂ ਔਰ ਖਾਸ ਕਰਕੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਜੀ ਆਇਆਂ। ਤੁਹਾਡਾ ਸਵਾਗਤ। ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾਵਾਂ ਹੋਣ ਜਾਂ ਤੁਸੀਂ ਕੀਮਤੀ ਸੁਝਾਅ ਵੀ ਦੇਣਾ ਚਾਹੋ ਤਾਂ ਵੀ ਅਸੀਂ ਸਵਾਗਤ ਕਰਾਂਗੇ ਔਰ ਸਾਡੇ ਮਾਹਿਰਾਂ ਤੋਂ ਤੁਸੀਂ ਅਲੱਗ-ਅਲੱਗ ਪ੍ਰਸ਼ਨ ਜਿਹੜੇ ਪੁੱਛਣੇ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸ਼੍ਰੀ ਇੰਦਰ ਰਾਜ ਸਿੰਘ ਜੀ ਬੈਂਸ, ਜੋ ਕਿ ਸਾਡੇ ਦੂਰਦਰਸ਼ਨ ਦੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਰਹਿੰਦੇ ਆ, ਉਹਨਾਂ ਦਾ ਵਿਸ਼ੇਸ਼ ਸਹਿਯੋਗ ਸਾਨੂੰ ਮਿਲਦਾ ਰਹਿੰਦਾ ਹੈ। ਅੱਜ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ। ਡੀਆਰ ਸਾਹਿਬ ਸ਼੍ਰੀ ਰਮੇਸ਼ ਕੁਮਾਰ ਜੀ, ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਜੀ। ਬੇਸ਼ੱਕ ਖੜੇ ਹੋ ਕੇ ਸਾਰਿਆਂ ਨੂੰ ਪਤਾ ਲੱਗੇ, ਤੁਹਾਡੇ ਦਰਸ਼ਨ ਕਰ ਸਕਣ। ਧੰਨਵਾਦ ਜੀ, ਮਿਹਰਬਾਨੀ। ਏਆਰ ਸਾਹਿਬ ਸ਼੍ਰੀ ਸ਼ਮਸ਼ਾਦ ਅਲੀ ਜੀ ਸਾਡੇ ਦਰਮਿਆਨ ਬੈਠੇ ਹੈ। ਮੁੱਖ ਖੇਤੀਬਾੜੀ ਅਫਸਰ ਸੇਖੋਂ ਸਾਹਿਬ, ਇਹਨਾਂ ਨੂੰ ਵੀ ਜੀ ਆਇਆਂ। ਜ਼ਿਲ੍ਹਾ ਮੈਨੇਜਰ ਸੈਂਟਰਲ ਕੋਆਪਰੇਟਿਵ ਬੈਂਕ ਸਰਦਾਰ ਦਵਿੰਦਰਪਾਲ ਸਿੰਘ ਜੀ, ਉਹ ਵੀ ਸਾਡੇ ਵਿਚਕਾਰ ਬੈਠੇ ਹੈ। ਸਰਦਾਰ ਮਨਜੀਤ ਸਿੰਘ ਜੀ ਹੰਬੜਾ, ਜੋ ਕਿ ਸਾਬਕਾ ਵਾਈਸ ਚੇਅਰਮੈਨ ਨੇ, ਉਹਨਾਂ ਨੂੰ ਵੀ ਸਵਾਗਤ। ਤੇ ਸਰਦਾਰ ਬਲਵਿੰਦਰ ਸਿੰਘ ਜੀ ਭੰਗੂ ਜੀ, ਬਲਜਿੰਦਰ ਸਿੰਘ ਭੰਗੂ ਜੀ, ਜੋ ਕਿ ਪ੍ਰਧਾਨ ਨੇ ਸਹਿਕਾਰੀ ਸਭਾ ਹੰਬੜਾ ਦੇ। ਇਹਨਾਂ ਤੋਂ ਇਲਾਵਾ ਹੋਰ ਵੀ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਦਰਮਿਆਨ ਬੈਠੀਆਂ ਨੇ। ਕਹਿੰਦੇ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਸੂਈ ਵੀ ਨਹੀਂ ਸੀ ਬਣਦੀ, ਉਹ ਵੀ ਸਾਨੂੰ ਬਾਹਰੋਂ ਮੰਗਵਾਉਣੀ ਪੈਂਦੀ ਸੀ। ਲੇਕਿਨ ਆਜ਼ਾਦੀ ਤੋਂ ਬਾਅਦ ਸੂਈ ਤੋਂ ਲਾ ਕੇ ਜਹਾਜ਼ਾਂ ਤੱਕ ਦਾ ਸਾਰਾ ਸਮਾਨ ਸਾਡੇ ਦੇਸ਼ ਦੇ ਵਿੱਚ ਬਣਨ ਲੱਗਿਆ। ਅੱਜ ਬੜੀ ਖੁਸ਼ੀ ਹੋਈ ਜਦੋਂ ਰਸਤੇ ਦੇ ਵਿੱਚ ਨੂਰਪੁਰ ਬੇਟ ਦੀ ਸਹਿਕਾਰੀ ਸਭਾ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ, ਉਹ ਦੇਖਣ ਦਾ ਮੌਕਾ ਮਿਲਿਆ। ਔਰ ਖੁਸ਼ੀ ਨਹੀਂ ਹੋਈ ਬਲਕਿ ਮਾਣ ਵੀ ਹੋਇਆ ਇਸ ਗੱਲੋਂ ਕਿ ਉੱਥੇ ਸਾਡੀ ਰਸੋਈ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਕਿਸਾਨੀ ਦੇ ਕੰਮ ਆਉਣ ਵਾਲੇ ਹਰ ਕਿਸਮ ਦੇ ਸੰਦ ਔਰ ਪੂਰਾ ਸਮਾਨ ਉੱਥੇ ਉਪਲਬਧ ਹੈ। ਔਰ ਪੈਟਰੋਲ ਪੰਪ ਵੀ ਉਹਨਾਂ ਦਾ ਆਪਣਾ ਹੈ, ਟਰੈਕਟਰ ਵੀ ਉਹਨਾਂ ਦੇ ਆਪਣੇ ਹੈ। ਔਰ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਹ ਪਤਾ ਲੱਗਿਆ ਕਿ ATM ਦੀ ਸਹੂਲਤ ਜਿਹੜੀ ਹੈ ਉਹ ਵੀ ਉੱਥੇ ਦਿੱਤੀ ਜਾ ਰਹੀ ਹੈ। 24 ਘੰਟੇ ਜਦੋਂ ਮਰਜ਼ੀ ਕਿਸਾਨ ਉੱਥੇ ਜਾ ਕੇ ਪੈਸੇ ਕਢਵਾ ਸਕਦੇ ਆ, ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਆ। ਸੋ ਇਹ ਸਾਰੀ ਜਿਹੜੀ ਤਰੱਕੀ ਹੈ, ਉੱਨਤੀ ਹੈ, ਇਹ ਇੱਥੋਂ ਪਤਾ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ, ਖਾਸ ਕਰਕੇ ਸਾਡੇ ਸੂਬੇ ਪੰਜਾਬ ਦੇ ਵਿੱਚ ਸਹਿਕਾਰੀ ਲਹਿਰ ਨੇ ਕਿੰਨੀ ਤਰੱਕੀ ਕੀਤੀ ਹੈ। ਸੋ ਮੈਂ ਹੁਣ ਸਭ ਤੋਂ ਪਹਿਲਾਂ ਬੈਂਸ ਸਾਹਿਬ ਤੁਹਾਨੂੰ ਬੇਨਤੀ ਕਰਨੀ ਹੈ ਕਿ ਤੁਸੀਂ 1-2 ਮਿੰਟ ਲਈ ਸਹਿਕਾਰੀ ਸਭਾਵਾਂ ਦਾ ਇਤਿਹਾਸ, ਉਹਨਾਂ ਦੀ ਮੌਜੂਦਾ ਕਾਰਗੁਜ਼ਾਰੀ ਤੇ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਪਾਓ। ਭੁੱਲਰ ਸਾਹਿਬ, ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਆ, ਸਹਿਕਾਰੀ ਮੂਵਮੈਂਟ ਬਹੁਤ ਪੁਰਾਣੀ ਮੂਵਮੈਂਟ ਹੈ। ਔਰ 1904 ਦੇ ਵਿੱਚ ਜਿਹੜੀ ਸਾਡੀ ਪਹਿਲੀ ਸਹਿਕਾਰੀ ਸਭਾ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਰਜਿਸਟਰ ਹੋਈ ਸੀ। ਔਰ 1904 ਤੋਂ ਅੱਗੇ ਜਿਹੜੇ ਬਹੁਤ ਸਾਰੀਆਂ ਸਹਿਕਾਰੀ ਸਭਾਵਾਂ ਜਿਹੜੀਆਂ ਬਣੀਆਂ। 1961 ਦੇ ਵਿੱਚ ਸਾਡਾ ਕੋਆਪਰੇਟਿਵ ਸੋਸਾਇਟੀਜ਼ ਦਾ ਮੌਜੂਦਾ ਐਕਟ ਜਿਹੜਾ ਆਇਆ, ਉਹਦੇ ਅਧੀਨ ਮਤਲਬ ਵੀ ਕਈ ਅਸੀਂ ਮਲਟੀਪਲ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀਆਂ ਬਣਾਤੀਆਂ। ਔਰ ਜੇਕਰ ਅਸੀਂ ਹਿਸਟਰੀ ਦੱਸਣ ਲੱਗ ਪਈਏ ਤਾਂ ਮੇਰਾ ਖਿਆਲ ਬਹੁਤ ਜ਼ਿਆਦਾ ਟਾਈਮ ਲੱਗ ਜਾਊਗਾ। ਹੁਣ ਦੀ ਹਿਸਟਰੀ ਦੇ ਮੁਤਾਬਕ ਮੇਰਾ ਖਿਆਲ ਆ ਵੀ ਇਸ ਵੇਲੇ ਅਸੀਂ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾ ਰਹੇ ਹਾਂ ਕਿਸਾਨਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਨੂੰ ਸੁਧਾਰਨ ਦੇ ਵਿੱਚ। ਕਿਸਾਨਾਂ ਦੇ ਖੇਤਾਂ ਵਿੱਚ ਹਰਿਆਲੀ ਹੋਵੇ ਔਰ ਘਰਾਂ ਦੇ ਵਿੱਚ ਖੁਸ਼ਹਾਲੀ ਹੋਵੇ ਔਰ ਚਿਹਰਿਆਂ 'ਤੇ ਲਾਲੀ ਹੋਵੇ। ਅਸੀਂ ਹਰ ਤਰ੍ਹਾਂ ਜਿਹੜੀ ਕਿਸਾਨਾਂ ਦੀ ਸੇਵਾ ਦੇ ਲਈ ਤਤਪਰ ਹਾਂ। ਔਰ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕਿਸਾਨ ਭਰਾ ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਆ, ਉਹ ਜਿਸ ਤਰ੍ਹਾਂ ਅਸੀਂ ਅੱਜ ਹੰਬੜਾ ਸੁਸਾਇਟੀ ਦੇ ਵਿੱਚ ਇਹ ਪ੍ਰੋਗਰਾਮ ਮਨਾ ਰਹੇ ਹਾਂ, ਇਹ ਦੇਖ ਕੇ ਇਹ ਹੋਰ ਵੀ ਮਤਲਬ ਜ਼ਿਆਦਾ ਉਹ ਉਤਸ਼ਾਹਿਤ ਹੋ ਕੇ ਇਹ ਮਤਲਬ ਵੀ ਕੰਮ ਕਰਨਗੇ ਔਰ ਆਪਣੀਆਂ ਸਭਾਵਾਂ ਨੂੰ ਅੱਗੇ ਲਿਜਾਉਣ ਦੇ ਵਿੱਚ ਤਤਪਰ ਹੋਣਗੇ। ਜਿਹੜੀ ਅੱਜ ਸੁਸਾਇਟੀ ਦੇ ਵਿੱਚ ਮੈਨੂੰ ਇੱਥੇ ਖੜਾ ਹੋ ਕੇ ਪੂਰਾ ਮਾਣ ਵੀ ਮਹਿਸੂਸ ਕਰ ਰਿਹਾ ਮੈਂ ਕਿ ਜਿਹੜੀ ਸਾਡੀ ਇਹ ਹੰਬੜਾ ਸੁਸਾਇਟੀ ਆ, ਇਸ ਨੇ ਪਿਛਲੇ ਸਾਲ ਦੇ ਵਿੱਚ ਕਿਸਾਨਾਂ ਨੂੰ 1.5 ਕਰੋੜ ਰੁਪਏ ਦੇ ਜਿਹੜੇ ਖਾਦ ਦੀ ਸਪਲਾਈ ਕੀਤੀ, ਜੋ ਕਿ ਇੱਕ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਹੀ ਮੇਰਾ ਖਿਆਲ ਰਿਕਾਰਡ ਆ। ਇਸ ਲਈ ਸਾਰਿਆਂ ਨੂੰ ਮੈਂ ਤਾੜੀਆਂ ਲੈਣ ਲਈ ਵੀ ਮੈਂ ਰਿਕੁਐਸਟ ਕਰਦਾ ਵੀ ਲਾ ਦਿਓ ਇੱਕ ਵਾਰੀ ਤਾੜੀਆਂ ਇਹਦੇ ਵਿੱਚ। ਨੰਬਰ 2 'ਤੇ ਜਿਸ ਤਰ੍ਹਾਂ ਆਪਣੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਸਤਰਾਂ ਵੀ ਮੈਨੂੰ ਯਾਦ ਆ ਰਹੀਆਂ। ਸਾਂਝਾਂ ਦੇ ਵਿੱਚ ਬਰਕਤ ਹੋਵੇ, ਸਾਂਝਾਂ ਦੇ ਵਿੱਚ ਬਰਕਤ ਹੋਵੇ, ਸਾਂਝਾਂ ਦੇ ਵਿੱਚ ਖੇੜਾ, ਸਾਂਝਾਂ ਵਿੱਚ ਪਰਮੇਸ਼ਰ ਵਸਦਾ, ਸਾਂਝਾ ਸਭ ਦਾ ਜਿਹੜਾ
ਬੂੰਦ ਬੂੰਦ ਬਣ ਸਾਗਰ ਬਣਦਾ, ਲੱਕੜੀ ਲੱਕੜੀ ਬੇੜਾ, ਗੋਤੇ ਖਾਵੇ ਜਿੰਦ ਇਕੱਲੀ, ਸਾਂਝ ਉਤਾਰੇ ਭਾਰ, ਆ ਵੀਰਾ ਵੰਡ ਲਈਏ ਪਾਰ, ਆ ਵੀਰਾ ਵੰਡ ਲਈਏ ਪਾਰ। ਅਸੀਂ ਜਿਹੜੇ ਇਕੱਲੇ ਇਕੱਲੇ ਮੈਂਬਰ ਬਣ ਕੇ ਜਿਹੜੀ ਵੱਡੀਆਂ ਸਹਿਕਾਰੀ ਸਭਾਵਾਂ ਬਣਾਈਆਂ ਨੇ ਔਰ ਬੂੰਦ ਬੂੰਦ ਕਰਕੇ ਅਸੀਂ ਵੱਡੇ ਸਾਗਰ ਬਣਾ ਦਿੱਤੇ ਨੇ ਔਰ ਜਿਹੜੇ ਇਹ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਔਰ ਜਿਹੜਾ ਵੀ ਤਤਪਰ ਅਸੀਂ ਜਿਹੜਾ ਇਹ ਪ੍ਰੋਫਿਟ ਕਮਾ ਰਹੇ ਆ ਇਹਨਾਂ ਦੇ ਵਿੱਚੋਂ ਉਹ ਵੀ ਇੱਕ ਰਿਕਾਰਡ ਆ। ਇਸ ਵੇਲੇ ਸਾਡੀ ਜਿਹੜੀ ਹੰਬੜਾ ਸੁਸਾਇਟੀ ਨੇ ਇਹ ਜਿਹੜਾ ਇਸ ਸਾਲ ਦੇ ਵਿੱਚ ਤਕਰੀਬਨ 10 ਲੱਖ ਰੁਪਏ ਜਿਹੜਾ ਪ੍ਰੋਫਿਟ ਕਮਾਇਆ ਔਰ ਇਹਦੇ ਨਾਲ ਵੀ ਮੇਰਾ ਸਿਰ ਹੋਰ ਉੱਚਾ ਹੁੰਦਾ ਕਿਉਂਕਿ ਮੇਰੇ ਹਲਕੇ ਦੀ ਇਹ ਸਹਿਕਾਰੀ ਸਭਾ। ਇਸ ਤੋਂ ਇਲਾਵਾ ਜਿਹੜੀ ਪਿਛਲੇ ਸਾਲ ਦੇ ਦੌਰਾਨ ਲੁਧਿਆਣਾ ਦੇ ਵਿੱਚ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਮੇਰੇ ਸਰਕਲ ਦੇ ਵਿੱਚ ਔਰ ਦੂਸਰੇ ਮੇਰੇ ਸਾਥੀ AR ਸਾਹਿਬਾਨ ਦੇ ਸਰਕਲ ਦੇ ਵਿੱਚ ਸਹਿਕਾਰੀ ਸਭਾਵਾਂ ਨੇ, DR ਸਾਹਿਬ ਦੇ ਸਰਕਲ ਵਿੱਚ ਸਹਿਕਾਰੀ ਸਭਾਵਾਂ ਨੇ, ਸਾਰਿਆਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਔਰ ਜੋ ਕਿ ਇੱਕ ਨਵੇਂ ਰਿਕਾਰਡ ਬਣਾਏ ਆ ਸਾਰਿਆਂ ਨੇ। ਹਰੇਕ ਪੱਖੋਂ ਹੀ ਬਹੁਤ ਜ਼ਿਆਦਾ ਤਰੱਕੀ ਕੀਤੀ ਆ। ਅਸੀਂ ਐਗਰੀਕਲਚਰ ਇੰਪਲੀਮੈਂਟਸ ਕਿਸਾਨਾਂ ਨੂੰ ਦਿੱਤੇ ਨੇ। ਸਾਡੇ ਕੋਲ 2.5 ਕਰੋੜ ਦੇ ਐਗਰੀਕਲਚਰ ਇੰਪਲੀਮੈਂਟਸ ਇਕੱਲੀ ਸੁਸਾਇਟੀ ਦੇ ਵਿੱਚ ਪਏ ਆ ਇਹ ਵੀ ਇੱਕ ਰਿਕਾਰਡ ਹੈ ਵੀ ਲੁਧਿਆਣੇ ਦੇ ਵਿੱਚ ਇੰਨੇ ਅੱਗੇ ਐਡਵਾਂਸਡ ਫਾਰਮਰਸ ਨੇ ਜਿਹੜੇ ਕਿ ਸਾਡੇ ਕੋਆਪਰੇਟਿਵ ਨਾਲ ਜੁੜੇ ਨੇ ਔਰ ਜਿਹੜੇ ਘੱਟ ਤੋਂ ਘੱਟ ਅਸੀਂ ਉਹਨਾਂ ਨੂੰ ਆਪਣੀ ਮਸ਼ੀਨਰੀ ਨਹੀਂ ਲੈਣ ਦਿੱਤੀ। ਅਸੀਂ ਕਹਿੰਦੇ ਵੀ ਸਾਡੇ ਸਹਿਕਾਰੀ ਸਭਾਵਾਂ ਰਾਹੀਂ ਜਿਹੜੀ ਮਸ਼ੀਨਰੀ ਦੀ ਵਰਤੋਂ ਕਰੋ ਤਾਂ ਕਿ ਘੱਟ ਤੋਂ ਘੱਟ ਤੁਹਾਡੇ 'ਤੇ ਕਰਜ਼ਾ ਚੜ੍ਹੇ ਔਰ ਜਿਹੜੀ ਤੁਹਾਡੀ ਫਸਲੀ ਲਾਗਤ ਆ ਉਹ ਘੱਟ ਜਾਵੇ। ਔਰ ਜਿਹੜੀ ਸਹਿਕਾਰੀ ਸਭਾਵਾਂ ਤੋਂ ਇਲਾਵਾ ਹੋਰ ਕੋਈ ਵੀ ਇਸ ਵੇਲੇ ਕੋਈ ਅਦਾਰਾ ਨਹੀਂ ਜਿਹੜਾ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਦਾ ਹੋਵੇ। ਕੋਈ ਹੈ ਦੱਸੋ ਕੋਈ ਹੋਰ ਅਦਾਰਾ? ਕੋਈ ਪ੍ਰਾਈਵੇਟ ਬੈਂਕਸ ਨੇ ਜਿਹੜੇ ਸਾਰੇ ਉਹ ਵੀ ਉਹਨਾਂ ਦੀ ਇਹ ਨੀਤੀ ਹੈ ਕਿ ਕਿਸਾਨਾਂ ਨੂੰ ਕਰਜ਼ਾਈ ਕਰ ਦਿੱਤਾ ਜਾਵੇ ਲੇਕਿਨ ਉਹਨਾਂ ਦੀ ਸੱਚੇ ਦਿਲੋਂ ਸੇਵਾ ਨਹੀਂ ਕਰਦੇ। ਸਾਡੇ ਸਹਿਕਾਰੀ ਬੈਂਕਸ ਨੇ, ਸਹਿਕਾਰੀ ਬੈਂਕਾਂ ਨੇ ਵੀ ਪਿਛਲੇ ਸਾਲ ਰਿਕਾਰਡ ਬਣਾਏ ਨੇ। ਸਹਿਕਾਰੀ ਬੈਂਕਾਂ ਵਿੱਚ ਜਿਹੜੀ ਸੋਣੀ ਦੀ ਫਸਲਾਂ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 5500 ਤੋਂ ਜ਼ਿਆਦਾ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਔਰ ਹਾੜੀ ਦੀ ਫਸਲ ਦੇ ਵਿੱਚ ਵੀ ਅਸੀਂ 3700 ਤੋਂ ਵੱਧ ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਇਸੇ ਤਰ੍ਹਾਂ ਅਸੀਂ ਜਿਹੜੀ ਟੋਟਲ ਜਿਹੜੀ ਸਾਡੀ ਐਗਰੀਕਲਚਰ ਸਰਵਿਸ ਸੇਵਾਵਾਂ ਨੇ ਜਿਹੜੀਆਂ 12100 ਤੋਂ ਉੱਪਰ ਵਾਧੂ ਕਰੋੜ ਰੁਪਈਆ 12000 ਤੋਂ ਵੀ ਉੱਪਰ ਵਾਧੂ ਕਰੋੜ ਰੁਪਏ ਦੀ ਕਿਸਾਨਾਂ ਦੀ ਸੇਵਾ ਕੀਤੀ ਹੈ। ਠੀਕ ਹੈ, ਕਿਸਾਨਾਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਨੇ, ਉਹਨਾਂ ਨੂੰ ਕਰਜ਼ਾ ਨਹੀਂ ਕੀਤਾ, ਉਹਨਾਂ ਨੂੰ ਖਾਦ ਕੀੜੇ ਮਾਰ ਦਵਾਈਆਂ ਹੋਰ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਸਾਰੀਆਂ ਸਪਲਾਈ ਕੀਤੀਆਂ ਨੇ। ਔਰ ਹਰੇਕ ਪੱਖੋਂ ਅਸੀਂ ਲੇਡੀਜ਼ ਦੇ ਵਾਸਤੇ ਤੁਸੀਂ ਉੱਥੇ ਸੈਲਫ ਹੈਲਪ ਗਰੁੱਪ ਦੇ ਸਾਡੇ ਦੇਖੇ ਨੇ ਭੁੱਲਰ ਸਾਹਿਬ ਔਰ ਬਾਹਰ ਦੇ ਵਿੱਚ ਲੇਡੀਜ਼ ਦੇ ਵਿੱਚ ਵੀ ਅਸੀਂ ਮਦਦ ਕਰਦੇ ਹਾਂ। ਇਸਤਰੀ ਵਿੰਗ ਦੇ ਵਿੱਚ ਵੀ ਅਸੀਂ ਇਸਤਰੀ ਸ਼ਕਤੀਕਰਨ ਪ੍ਰੋਗਰਾਮ ਦੇ ਵਿੱਚ ਵੀ ਮਦਦ ਕਰਦੇ ਹਾਂ। ਸਿਹਤ ਪੱਖੋਂ ਵੀ ਅਸੀਂ ਜਿਹੜੀ ਸਾਡੀ ਜਿਸ ਤਰ੍ਹਾਂ ਸੰਜੀਵਨੀ ਹੈਲਥ ਕੇਅਰ ਸਕੀਮ ਹੈ ਉਹਦੇ ਵਿੱਚ ਅਸੀਂ ਪਹਿਲੇ ਸਾਲ 7 ਕਰੋੜ ਰੁਪਏ ਦੀ 40 ਕਰੋੜ ਰੁਪਏ ਦੀ ਜਿਹੜੀ ਸਾਡੀ ਟੋਟਲ ਜਿਹੜੀ ਸਾਡੀ ਸੀਗੀ 34 ਕਰੋੜ ਰੁਪਈਆ ਕਿਸਾਨਾਂ ਨੇ ਦਿੱਤਾ ਸੀ ਅਤੇ ਅਸੀਂ 40 ਕਰੋੜ ਰੁਪਏ ਦੀਆਂ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਿਹੜੀਆਂ। ਔਰ ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਵੱਖਰੀਆਂ ਹੋਰ ਸਕੀਮਾਂ ਨੇ ਵੱਖਰੀਆਂ ਸਕੀਮਾਂ ਨੇ ਉਹਦੇ ਵਿੱਚ ਅਸੀਂ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ। ਸੋ ਕਹਿਣ ਦੀ ਲੋੜ ਹੈ ਕਿ ਜੇ ਤੁਸੀਂ ਸਹਿਕਾਰਤਾ ਨਾਲ ਹੋਰ ਜੁੜੋ ਤਾਂ ਕਿ ਅਸੀਂ ਹੋਰ ਤਰੱਕੀ ਕਰ ਸਕੀਏ ਔਰ ਅੱਗੇ ਵੱਧ ਸਕੀਏ। ਇਹੀ ਸਾਡਾ ਉਦੇਸ਼ ਹੈ। ਕਿਸਾਨਾਂ ਦੇ ਖੇਤਾਂ ਵਿੱਚ ਹਰਿਆਲੀ ਹੋਵੇ, ਘਰਾਂ ਵਿੱਚ ਖੁਸ਼ਹਾਲੀ ਹੋਵੇ ਅਤੇ ਚਿਹਰਿਆਂ 'ਤੇ ਲਾਲੀ ਹੋਵੇ। ਜੇ ਕੋਈ ਹੋਰ ਕਿਸੇ ਨੇ ਸਵਾਲ ਕਰਨਾ ਹੋਵੇ ਤਾਂ ਉਹ ਭੁੱਲਰ ਸਾਹਿਬ ਹੁਣ ਤੁਸੀਂ ਮਾਈਕ 'ਤੇ ਆ ਕੇ ਸਾਰਾ ਪੁੱਛ ਸਕਦੇ ਹੋ। ਉਹ ਲਾਲੀ ਚਿਹਰਿਆਂ 'ਤੇ ਤਾਂ ਹੀ ਆਉਂਦੀ ਹੈ ਜੇ ਸਾਡੀਆਂ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਤਗੜੀ ਹੋਊਗੀ, ਕਮਜ਼ੋਰ ਨਹੀਂ ਹੋਊਗੀ। ਸੋ ਪਤਾ ਲੱਗਿਆ ਕਿ ਸਹਿਕਾਰੀ ਸਭਾਵਾਂ ਦੇ ਜਿੰਨੇ ਵੀ ਕਰਮਚਾਰੀ ਨੇ ਸਵੇਰ ਦੇ 5 ਵਜੇ ਤੋਂ ਲਾ ਕੇ ਰਾਤ ਦੇ 9-10 ਵਜੇ ਤੱਕ ਡਿਊਟੀ 'ਤੇ ਰਹਿੰਦੇ ਹੈ। ਕਿਸਾਨ ਵੀਰ 5 ਵਜੇ ਵੀ ਤੜਕੇ ਟਰੈਕਟਰ ਲੈਣ ਚਲੇ ਜਾਣ ਤਾਂ ਵੀ ਉਹ ਹਾਜ਼ਰ ਹੁੰਦੇ ਹੈ। ਸੋ ਇਹੀ ਰਾਜ ਹੈ ਸਾਡੀ ਇਸ ਸਹਿਕਾਰੀ ਲਹਿਰ ਦਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦਾ। ਸਾਡੇ ਦਰਮਿਆਨ AR ਸਾਹਿਬ ਸ਼੍ਰੀ ਸ਼ਮਸ਼ਾਦ ਅਲੀ ਜੀ ਵੀ ਵਿਰਾਜਮਾਨ ਹੈ। ਮੈਂ ਉਹਨਾਂ ਨੂੰ ਹੁਣ ਮਾਈਕ 'ਤੇ ਬੁਲਾਵਾਂਗਾ ਕਿ ਉਹ ਸਾਨੂੰ ਸਹਿਕਾਰੀ ਲਹਿਰ ਬਾਰੇ ਸੰਖੇਪ ਦੇ ਵਿੱਚ ਥੋੜ੍ਹੀ ਜਾਣਕਾਰੀ ਦੇਣ ਔਰ ਇਹ ਜਿਹੜੀ ਜਾਣਕਾਰੀ ਦੇਣਗੇ ਤੁਸੀਂ ਇਸ ਜਾਣਕਾਰੀ ਦੇ ਵਿੱਚੋਂ ਹੀ ਪ੍ਰਸ਼ਨ ਜ਼ਰੂਰ ਆਪਣੇ ਮਨ ਦੇ ਵਿੱਚ ਸੋਚ ਲੈਣੇ ਹੈ। ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੋਣ ਤਾਂ ਉਹ ਅਸੀਂ ਬਾਅਦ ਦੇ ਵਿੱਚ ਮਾਹਿਰਾਂ ਤੋਂ ਫਿਰ ਪੁੱਛਾਂਗੇ। ਸ਼ਮਸ਼ਾਦ ਅਲੀ ਜੀ। ਜਿਹਦੇ ਦਿਲ ਵਿੱਚ ਦਇਆ ਤੇ ਦਰਦ ਹੈ ਨਹੀਂ, ਜਿਹਦੇ ਦਿਲ ਵਿੱਚ ਦਇਆ ਤੇ ਦਰਦ ਹੈ ਨਹੀਂ, ਉਸ ਮਾਨਸ ਤੋਂ ਲੱਖ ਹੈਵਾਨ ਚੰਗੇ। ਜਿੱਥੇ ਪਾਣੀ ਨਾ ਮਿਲੇ ਪਿਆਸਿਆਂ ਨੂੰ, ਉਹਨਾਂ ਖੂਹਾਂ ਤੋਂ ਰੜੇ ਮੈਦਾਨ ਚੰਗੇ। ਅੱਜ ਅਸੀਂ ਸਮੁੱਚੇ ਭਾਰਤ ਦੇ ਨਾਲ ਪੰਜਾਬ ਵਿੱਚ ਮਿਸਟਰ SK ਸੰਧੂ ਫਾਈਨੈਂਸ਼ੀਅਲ ਕਮਿਸ਼ਨਰ ਅਤੇ ਜਨਾਬ AS ਮਗਲਾਨੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ ਪੰਜਾਬ ਅਤੇ ਸ਼੍ਰੀ ਰਮੇਸ਼ ਕੁਮਾਰ ਜੋ ਸਾਡੇ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਹਨ, ਉਹਨਾਂ ਦੀ ਡਾਇਨਾਮਿਕ ਲੀਡਰਸ਼ਿਪ ਦੇ ਵਿੱਚ 61ਵਾਂ ਸਹਿਕਾਰੀ ਸਪਤਾਹ
ਮਨਾ ਰਹੇ ਹੈਗੇ ਆ ਤੇ ਇਸ ਸप्ताह ਦਾ ਜੋ ਮਕਸਦ ਹੁੰਦਾ ਹੈਗਾ ਉਹ ਇਹੋ ਹੈਗਾ ਕਿ ਅਸੀਂ ਜੋ ਪਿੱਛੇ ਕੋਆਪਰੇਟਿਵ ਸੈਕਟਰ ਦੇ ਵਿੱਚ ਅਚੀਵਮੈਂਟਸ ਕੀਤੀਆਂ, ਪ੍ਰਗਤੀਆਂ, ਪ੍ਰਾਪਤੀਆਂ ਕੀਤੀਆਂ, ਉਹਨਾਂ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਅੱਗੋਂ ਅਸੀਂ ਇਸੇ ਸਹਿਕਾਰੀ ਲਹਿਰ ਦੇ ਰਾਹੀਂ ਕਿਸ ਤਰ੍ਹਾਂ ਆਪਣੀ ਪੰਜਾਬ ਦੀ ਕਿਸਾਨੀ ਨੂੰ ਅਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਉੱਪਰ ਚੁੱਕਣਾ ਹੈ, ਉਸ ਦੇ ਬਾਰੇ ਅਸੀਂ ਆਪਣੀ ਫਿਕਰ ਕਰਨੀ ਹੈ, ਆਪਣੀ ਪਲੈਨਿੰਗ ਕਰਨੀ ਹੈ, ਆਪਣੇ ਮਨਸੂਬੇ ਬਣਾਉਣੇ ਹਨ। ਸਹਿਕਾਰਤਾ ਲਹਿਰ ਹੀ ਇੱਕ ਅਜਿਹੀ ਲਹਿਰ ਹੈ ਜਿਸ ਨੇ ਨਾ ਸਿਰਫ ਪੰਜਾਬ ਸਗੋਂ ਸਮੁੱਚੀ ਪੰਜਾਬ ਦੀ ਕਿਸਾਨੀ ਦੀ ਆਰਥਿਕ ਹਾਲਤ ਨੂੰ ਉੱਪਰ ਚੁੱਕਣ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੈਂ ਇਹ ਗੱਲ ਕਹਿ ਸਕਣਾ ਕਿ ਸਾਡੇ ਕੋਲ ਹਿੰਦੁਸਤਾਨ ਦੀ ਜ਼ਮੀਨ ਦਾ ਸਿਰਫ 2% ਹਿੱਸਾ ਹੈਗਾ ਜੇਕਰ ਅਸੀਂ ਜੀਓਗ੍ਰਾਫੀਕਲੀ ਨਜ਼ਰ ਮਾਰੀਏ, ਲੇਕਿਨ ਸਾਡੇ ਪੰਜਾਬ ਦਾ ਹਿੰਦੁਸਤਾਨ ਦੇ ਪੂਲ ਦੇ ਵਿੱਚ ਕਰੀਬ 60% ਸਾਡਾ ਕਣਕ ਦੇ ਵਿੱਚ ਯੋਗਦਾਨ ਹੈ ਅਤੇ 40-45% ਅਸੀਂ ਜਿਹੜੇ ਹੈਗੇ ਆ ਅਸੀਂ ਝੋਨੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਅੱਜ ਪੰਜਾਬ ਦੀ ਕਿਸਾਨੀ ਨੂੰ ਉੱਪਰ ਚੁੱਕਣ ਦੇ ਵਿੱਚ ਜਾਂ ਉਹਨਾਂ ਦੀ ਮਦਦ ਕਰਨ ਦੇ ਵਿੱਚ ਜੋ ਸਹਿਕਾਰੀ ਸਭਾਵਾਂ ਹਨ ਉਹ ਉਹਨਾਂ ਦੇ ਬੂਹੇ ਦੇ ਉੱਤੇ ਬੈਠੀਆਂ ਹਨ। ਕੋਈ ਵੀ ਅਦਾਰਾ ਅਜਿਹਾ ਨਹੀਂ ਹੈ ਜਿਹੜਾ 4% ਦੇ ਉੱਤੇ ਪੰਜਾਬ ਦੇ ਕਿਸਾਨ ਨੂੰ ਕਰਜ਼ਾ ਮੁਹੱਈਆ ਕਰਵਾ ਰਿਹਾ ਹੋਵੇ ਜਾਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਬਹੁਤ ਹੀ ਆਸਾਨ ਪ੍ਰੋਸੈਸ ਦੇ ਰਾਹੀਂ ਇਹਨਾਂ ਕੋਆਪਰੇਟਿਵ ਸੁਸਾਇਟੀਜ਼ ਦੇ ਜ਼ਰੀਏ ਉਹਨਾਂ ਦੀ ਮੰਗ ਅਨੁਸਾਰ ਉਹਨਾਂ ਨੂੰ ਦੇ ਰਿਹਾ ਹੋਵੇ ਤਾਂ ਜੋ ਆਪਣੀ ਕਿਸਾਨੀ ਦੇ ਵਿੱਚ ਉਹ ਇਹਨਾਂ ਚੀਜ਼ਾਂ ਦਾ ਲਾਭ ਲੈਂਦੇ ਹੋਏ ਜੋ ਸਾਡੇ ਅਨਾਜ ਦੀ ਮੰਗ ਹੈ ਨਾ ਸਿਰਫ ਪੰਜਾਬੀਆਂ ਸਗੋਂ ਸਮੁੱਚੇ ਭਾਰਤੀਆਂ ਦੀ ਉਸ ਨੂੰ ਪੂਰਾ ਕੀਤਾ ਜਾ ਸਕੇ। ਤੋ ਬਹਿਰਹਾਲ ਇਹ ਸਾਡਾ 3 ਟਾਇਰ ਸਿਸਟਮ ਹੈਗਾ ਪੰਜਾਬ ਦੇ ਅੰਦਰ ਕੋਆਪਰੇਟਿਵ ਦਾ। ਪਹਿਲੀਆਂ ਸਾਡੀ ਸੁਸਾਇਟੀਜ਼ ਪ੍ਰਾਇਮਰੀ ਲੈਵਲ ਤੇ ਹਨ, ਫਿਰ ਸੈਕੰਡਰੀ ਹਨ ਤੇ ਫਿਰ ਸਟੇਟ ਲੈਵਲ ਤੇ ਹਨ। ਮੈਨੂੰ ਇਹ ਗੱਲ ਦੱਸਣ ਵਿੱਚ ਫਖਰ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਸੁਸਾਇਟੀਜ਼ ਜਿਹੜੀਆਂ ਹੈਗੀਆਂ ਇਹ ਪ੍ਰੋਫਿਟ ਦੇ ਵਿੱਚ ਚੱਲ ਰਹੀਆਂ ਅਤੇ ਸਾਡੀ ਪੰਜਾਬ ਦੀ ਕਿਸਾਨੀ ਨੂੰ ਉੱਪਰ ਚੁੱਕਣ ਦੇ ਵਿੱਚ ਇਸ ਕੋਆਪਰੇਟਿਵ ਕ੍ਰੈਡਿਟ ਮੂਵਮੈਂਟ ਦਾ ਮੈਂ ਕਹਿ ਸਕਣਾ ਦਾਅਵੇ ਦੇ ਨਾਲ ਜੋ ਹਿੰਦੁਸਤਾਨ ਦੇ ਵਿੱਚ ਸਭ ਤੋਂ ਬਹੁਤ ਹੀ ਮਜ਼ਬੂਤ ਸਾਡੀ ਕ੍ਰੈਡਿਟ ਮੂਵਮੈਂਟ ਹੈਗੀ ਹੈ, ਐਗਰੀਕਲਚਰ ਕ੍ਰੈਡਿਟ ਮੂਵਮੈਂਟ ਹੈਗੀ ਹੈ ਤੇ ਉਸ ਦਾ ਬਹੁਤ ਵੱਡਾ ਯੋਗਦਾਨ ਹੈਗਾ। ਸਾਡੇ ਦਰਮਿਆਨ ਸਰਦਾਰ ਗੁਰਮੇਲ ਸਿੰਘ ਜੀ ਭਰੋਵਾਲ ਜੋ ਕਿ ਐਮਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਕੋਆਪਰੇਟਿਵ ਲਹਿਰ ਦੇ, ਉਹ ਵੀ ਪਧਾਰੇ ਨੇ। ਮੈਂ ਜੀ ਆਇਆਂ ਕਹਾਂ ਤੇ ਨਾਲ ਸਰਦਾਰ ਬਚਿੱਤਰ ਸਿੰਘ ਜੋ ਕਿ ਹੰਬੜਾ ਦੇ ਸਰਪੰਚ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ। ਤੋ ਹੁਣ ਮੈਂ ਬੇਨਤੀ ਕਰਨੀ ਹੈ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਖਪਾਲ ਸਿੰਘ ਸੇਖੋਂ ਹੋਣਾ ਨੂੰ ਕਿ 1-2 ਮਿੰਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਸਭ ਦੇ ਨਾਲ ਪਾਉਣ। ਸੇਖੋਂ ਸਾਹਿਬ। ਖੇਤੀਬਾੜੀ ਕੋਆਪਰੇਟਿਵ ਬਿਨਾਂ ਅਸੰਭਵ ਆ ਤੇ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਦੇ ਥਰੂ ਜੋ ਸੇਵਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ, ਜਿਹੜਾ ਸੁਸਾਇਟੀਆਂ ਦੇ ਇੰਪਲਾਈ ਨੇ, ਸੈਕਟਰੀ ਨੇ, ਸੇਲਜ਼ਮੈਨ ਨੇ, ਅਧਿਕਾਰੀ ਨੇ, ਜਿਹੜੇ ਉੱਥੇ ਦੇ ਕਮੇਟੀਆਂ ਦੇ ਪ੍ਰਧਾਨ ਨੇ, ਕਮੇਟੀ ਮੈਂਬਰਸ ਨੇ, ਉਹ ਜਿਹੜੀਆਂ ਸੁਸਾਇਟੀਆਂ 'ਚ ਇਹ ਸਾਰਿਆਂ ਦਾ ਤਾਲਮੇਲ ਵਧੀਆ ਤਾਂ ਉੱਥੇ ਜਿਹੜੇ ਇਨਪੁਟਸ ਨੇ ਕਿਸਾਨ ਨੂੰ ਉਹਦੇ ਦਰਵਾਜ਼ੇ 'ਤੇ ਮੁਹੱਈਆ ਕਰਵਾਏ ਜਾਂਦੇ ਨੇ ਅਤੇ ਸਮੇਂ ਸਿਰ ਕਿਸਾਨ ਨੂੰ ਉਹਦੀ ਖਾਦ, ਉਹਦੀਆਂ ਦਵਾਈਆਂ ਅਤੇ ਉਹਦੇ ਦਰ 'ਤੇ ਵੇਲੇ ਕੁ ਵੇਲੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਤੇ ਜਿਹੜੀ ਮਸ਼ੀਨਰੀ ਆ ਜਿਹਦੇ ਨਾਲ ਉਹਨਾਂ ਨੇ ਆਪਣੇ ਖੇਤਾਂ ਨੂੰ ਤਿਆਰ ਕਰਨਾ, ਬਿਜਾਈ ਕਰਨੀ ਆ, ਉਹ ਮਿਲ ਜਾਣੀ ਆ। ਇਹ ਇੱਕ ਬਹੁਤ ਵੱਡੀ ਪੰਜਾਬ ਦੀ ਇੱਕ ਪ੍ਰਾਪਤੀ ਆ ਜਿਹਦੇ ਨਾਲ ਜਿਹੜੀ ਖੇਤੀ 'ਚ ਤਰੱਕੀ ਹੋਈ ਆ। ਦੂਸਰੀ ਗੱਲ, ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਅਸੀਂ ਜਿਹੜਾ ਇਹ ਇਨਪੁਟਸ ਤੁਸੀਂ ਸਪਲਾਈ ਕਰਨੇ ਨੇ, ਅਸੀਂ ਬੀਜਣ ਤੋਂ ਵੱਢਣ ਤੱਕ ਲੈ ਕੇ ਉਸ ਫਸਲ ਦੀ ਜਿਹੜੀ ਕੁਆਲਿਟੀ ਆ ਉਹਨੂੰ ਵਧੀਆ ਕੁਆਲਿਟੀ ਪੈਦਾ ਕਰਨ ਲਈ ਉਹਦੇ 'ਤੇ ਜੋ ਵੀ ਉਹਨੂੰ ਬੀਜਣ ਤੋਂ ਲੈ ਕੇ ਵੱਢਣ ਤੱਕ ਉਹਦੀਆਂ ਜੋ ਵੀ ਅਸੀਂ ਤਕਨੀਕੀ ਜਾਣਕਾਰੀ ਆ ਉਹ ਖੇਤੀਬਾੜੀ ਮਹਿਕਮਾ ਪਿੰਡ ਲੈਵਲ 'ਤੇ, ਬਲਾਕ ਲੈਵਲ 'ਤੇ ਤੇ ਜ਼ਿਲ੍ਹਾ ਲੈਵਲ 'ਤੇ ਦਿੰਦਾ ਤੇ ਉਹਦੇ ਵਿੱਚ ਖੇਤੀਬਾੜੀ ਮਹਿਕਮੇ ਕੰਨਿਓ ਕੋਆਪਰੇਟਿਵ ਅਦਾਰਿਆਂ ਨੂੰ ਸਬਸਿਡੀ ਤੇ ਸੰਦ ਪਹਿਲ ਦੇ ਆਧਾਰ 'ਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ। ਇਸ ਤੋਂ ਬਿਨਾਂ ਜਿਵੇਂ ਹੁਣ ਸਾਡੇ ਸਤਿਕਾਰਯੋਗ ਮੰਤਰੀ ਜੀ ਨੇ, ਖੇਤੀਬਾੜੀ ਮੰਤਰੀ ਜੀ ਜਥੇਦਾਰ ਤੋਤਾ ਸਿੰਘ ਜੀ, ਉਹਨਾਂ ਨੇ ਐਤਕੀ ਜਿਵੇਂ ਬੀਜ ਦਾ ਸੀਗਾ, ਬੀਜ ਲਗਭਗ ਜਿਹੜਾ ਲੁਧਿਆਣੇ ਜ਼ਿਲ੍ਹੇ ਵਿੱਚ 75,000 ਏਕੜ ਦਾ ਉਹਨਾਂ ਨੇ ਇੱਥੇ ਲੁਧਿਆਣੇ ਜ਼ਿਲ੍ਹੇ ਵਿੱਚ ਭੇਜਿਆ ਤਾਂ ਕਿ ਸਰਟੀਫਾਈਡ ਸੀਡ ਵੀ ਕਿਸਾਨਾਂ ਨੂੰ ਦਿੱਤਾ ਜਾਵੇ, ਉਹਨਾਂ ਦਾ ਝਾੜ ਵੱਧ ਸਕੇ ਤੇ ਉਸੇ ਬੀਜ ਨਾਲ ਉਹ 2-3 ਸਾਲ ਆਪ ਦਾ ਜਿਹੜਾ ਬੀਜ ਤਿਆਰ ਕਰਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਣ।
ਕਿਉਂਕਿ 6 ਲੱਖ ਏਕੜ ਸਵਾ ਕੁ 6 ਲੱਖ ਏਕੜ ਜਿਹੜੀ ਕਣਕ ਬੀਜੀ ਜਾਂਦੀ ਆ, ਉਹਦੇ ਚੋਂ 75,000 ਏਕੜ ਦਾ ਬੀਜ ਜ਼ਿਲ੍ਹੇ ਵਿੱਚ ਸਰਟੀਫਾਈਡ ਬੀਜ ਸਬਸਿਡੀ ਤੇ, ਜਿਹਦੇ ਤੇ ਲਗਭਗ 700 ਰੁਪਈਆ ਕੁਆਂਟਲ ਮਗਰ ਸਬਸਿਡੀ ਸੀਗੀ, ਉਹ ਦਿੱਤਾ ਗਿਆ। ਤੇ ਉਹਦੇ ਨਾਲ ਸਾਨੂੰ ਉਮੀਦ ਆ ਵੀ ਖੇਤੀਬਾੜੀ ਮਹਿਕਮੇ ਨੂੰ ਇਹ ਕੋਆਪਰੇਟਿਵ ਅਦਾਰੇ ਦੇ ਸਹਿਯੋਗ ਨਾਲ ਅਸੀਂ ਜਿਹੜਾ ਇਹ ਝਾੜ ਹੈ ਕਿ ਆਉਣ ਵਾਲੇ ਸਮੇਂ 'ਚ 2-3 ਕੁਆਂਟਲ ਵੱਧ ਝਾੜ ਪ੍ਰਾਪਤ ਕਰਾਂਗੇ। ਦੂਸਰੀ ਗੱਲ ਇਹ ਆ, ਮੈਂ ਕਿਸਾਨਾਂ ਨੂੰ ਇੱਕ ਬੇਨਤੀ ਕਰਾਂਗਾ ਅੱਜ ਇਸ ਮੀਡੀਆ ਦੇ ਥਰੂ, ਬਈ ਜਿਹੜੀ ਵੀ ਕੋਈ ਚੀਜ਼ ਆ ਲੋੜ ਮੁਤਾਬਕ ਪਾਣੀ, ਲੋੜ ਮੁਤਾਬਕ ਖਾਦ ਤੇ ਲੋੜ ਮੁਤਾਬਕ ਹੀ ਕੀੜੇ ਮਾਰ ਦਵਾਈਆਂ ਵਰਤੀਆਂ ਜਾਣ। ਜੇ ਤੁਸੀਂ ਲੋੜ ਤੋਂ ਵੱਧ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹੋ, ਉੱਥੇ ਜਿੱਥੇ ਪਾਣੀ ਦੇ ਭੰਡਾਰ ਖਤਮ ਹੋ ਰਹੇ ਨੇ, ਉੱਥੇ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਤੁਹਾਡੇ ਜਿਹੜੀਆਂ ਵੱਧ ਖਾਦਾਂ, ਵੱਧ ਕੀੜੇ ਮਾਰ ਜ਼ਹਿਰਾਂ ਵਰਤਣ ਨਾਲ ਝਾੜ ਘਟ ਸਕਦੇ ਨੇ ਤੇ ਉਹਦੇ ਨਾਲ ਜਿਹੜੇ ਆਉਣ ਵਾਲੇ ਸਮਿਆਂ 'ਚ ਕੀੜੇ ਮਕੌੜਿਆਂ ਦੀਆਂ ਸਮੱਸਿਆ ਵੱਧ ਸਕਦੀਆਂ ਨੇ। ਤੇ ਮੈਂ ਇਸ ਮਾਧਿਅਮ ਤੋਂ ਮੈਂ ਬੇਨਤੀ ਕਰੂੰਗਾ ਵੀ ਜਦੋਂ ਵੀ ਕਿਸੇ ਕਿਸਾਨ ਨੇ ਕਿਸੇ ਵੀ ਫਸਲ ਨੂੰ ਬੀਜਣਾ, ਉਹਦੀ ਖਾਦ ਤੋਂ ਲੈ ਕੇ ਉਹਨੂੰ ਬੀਜਣ ਤੱਕ ਜਿਹੜੀ ਆ ਉਹ ਖੇਤੀਬਾੜੀ ਮਹਿਕਮੇ ਤੋਂ ਜਾਂ ਖੇਤੀਬਾੜੀ ਯੂਨੀਵਰਸਿਟੀ ਤੋਂ ਉਹਨਾਂ ਦਾ ਰਾਬਤਾ ਰੱਖ ਕੇ ਕਰੇ। ਤੇ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਧੰਨਵਾਦ ਕਰਦਾ ਕਿ ਜਿਹੜੀਆਂ ਵੀ ਗੱਲਾਂ ਮਾਹਿਰਾਂ ਦੁਆਰਾ ਸਟੇਜ ਤੋਂ ਕਹੀਆਂ ਗਈਆਂ, ਉਹਦੇ ਸੰਬੰਧੀ ਜਾਂ ਹੋਰ ਕੋਈ ਇਹ ਤੋਂ ਇਲਾਵਾ ਵੀ ਕਿਸਾਨੀ ਦੇ ਨਾਲ ਸੰਬੰਧਿਤ, ਸਹਿਕਾਰਤਾ ਲਹਿਰ ਦੇ ਨਾਲ ਸੰਬੰਧਿਤ, ਕੋਆਪਰੇਟਿਵ ਦੇ ਨਾਲ ਸੰਬੰਧਿਤ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਪ੍ਰਸ਼ਨ ਹੋਣ ਤਾਂ ਤੁਸੀਂ ਆਪਣੀ ਜਗ੍ਹਾ ਤੇ ਹੀ ਖੜ੍ਹ ਕੇ ਹੱਥ ਖੜਾ ਕਰ ਦੇਣਾ, ਮਾਈਕ ਤੁਹਾਡੇ ਕੋਲ ਆ ਜਾਊਗਾ ਔਰ ਤੁਸੀਂ ਫਿਰ ਉਹ ਪ੍ਰਸ਼ਨ ਜਿਹੜਾ ਸਾਡੇ ਮਾਹਿਰਾਂ ਤੋਂ ਪੁੱਛਣਾ, ਉਹ ਤੁਹਾਨੂੰ ਉਹਦਾ ਜਵਾਬ ਦੇਣਗੇ। ਪ੍ਰਸ਼ਨ ਪੁੱਛਣ ਤੋਂ ਇਲਾਵਾ ਅਗਰ ਤੁਸੀਂ ਆਪਣਾ ਕੋਈ ਸੁਝਾਅ ਵੀ ਦੇਣਾ ਚਾਹੋ ਤਾਂ ਵੀ ਜੀ ਆਇਆਂ, ਉਹਦਾ ਵੀ ਅਸੀਂ ਵੈਲਕਮ ਕਰਾਂਗੇ, ਸਵਾਗਤ ਕਰਾਂਗੇ। ਸੋ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਿਹੜਾ ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ। ਭਰੋਵਾਲ ਸੈਕਟਰੀ ਭਰੋਵਾਲ ਕਲਾਂ ਕੋਆਪਰੇਟਿਵ ਸੋਸਾਇਟੀ ਅੱਜ ਇਸ ਸਮਾਗਮ ਤੋਂ ਪ੍ਰਭਾਵਿਤ ਹੁੰਦੇ ਹੋਏ ਇਹ ਸਵਾਲ ਪੁੱਛਣ ਦੀ ਹਿੰਮਤ ਕਰ ਰਿਹਾ ਬਈ ਸਾਨੂੰ ਕੀ ਇਹ ਲਿਟਰੇਚਰ ਦਿੱਤਾ ਜਾ ਸਕਦਾ, ਅੱਜ ਸਾਡੀ ਮਿੱਟੀ 'ਚ ਕਿੰਨਾ ਪ੍ਰਦੂਸ਼ਣ ਆ, ਹਵਾ 'ਚ ਕਿੰਨਾ ਪ੍ਰਦੂਸ਼ਣ ਆ, ਪਾਣੀ 'ਚ ਕਿੰਨਾ ਪ੍ਰਦੂਸ਼ਣ ਆ, ਇਹਦੇ ਵਾਸਤੇ ਸਹਿਕਾਰਤਾ ਲਹਿਰ ਕੀ ਕਰ ਸਕਦੀ ਆ ਜਾਂ ਸਰਕਾਰ ਕੀ ਕਰ ਸਕਦੀ ਆ, ਇਹਦੇ ਬਾਰੇ ਲਿਟਰੇਚਰ ਜਾਂ ਜਿਹੜੀ ਵੀ ਖੋਜ ਹੋਈ ਆ ਉਹ ਸਾਡੀਆਂ ਸੰਸਥਾਵਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਅਸੀਂ ਇਹ ਲੋਕਾਂ ਨੂੰ ਇਹਦੇ ਬਾਰੇ ਹੋਰ ਜਾਗਰੂਕ ਕਰ ਸਕੀਏ। ਭਰੋਵਾਲ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਸ਼ਨ ਪੁੱਛਿਆ ਜੀ ਕਿ ਜਾਣਕਾਰੀ ਸਾਨੂੰ ਮੁਹੱਈਆ ਕਰਾਈ ਜਾਵੇ ਕਿ ਕਿੰਨਾ ਪੋਲੂਸ਼ਨ ਹਵਾ ਦੇ ਵਿੱਚ, ਪਾਣੀ ਦੇ ਵਿੱਚ ਵੱਧ ਰਿਹਾ, ਉਹਦਾ ਸਾਰਾ ਲਿਟਰੇਚਰ ਪਹੁੰਚਿਆ ਜਾਵੇ। ਹਾਂਜੀ ਬੈਂਸ ਸਾਹਿਬ। ਹਾਂ ਭੁੱਲਰ ਸਾਹਿਬ, ਜੇਕਰ ਜਿਸ ਤਰ੍ਹਾਂ ਭਰੋਵਾਲ ਸਾਹਿਬ ਨੇ ਪੁੱਛਿਆ, ਜੇਕਰ ਅਸੀਂ ਸਾਰਾ ਲਿਟਰੇਚਰ ਜਾਂ ਸਾਰੀ ਜਾਣਕਾਰੀ ਤੁਹਾਨੂੰ ਸਾਰੇ ਫਾਰਮਰਸ ਤੱਕ ਪਹੁੰਚਾ ਦਿੱਤੀ ਜਾਵੇ ਤੇ ਤੁਸੀਂ ਮੇਰਾ ਖਿਆਲ ਆ ਪੰਜਾਬ ਦਾ ਪਾਣੀ ਪੀਣਾ ਬੰਦ ਕਰ ਦੇਣਾ ਔਰ ਜਿਹੜੀਆਂ ਸਬਜ਼ੀਆਂ ਖਾਣੀਆਂ ਲੋਕਾਂ ਨੇ ਬੰਦ ਕਰ ਦੇਣੀਆਂ ਨੇ। ਇਸ ਕਰਕੇ ਜਿਹੜਾ ਸਾਡੀ ਇਹ ਜਿਹੜੀ ਹੈ ਬੇਨਤੀ ਇਹੀ ਹੁੰਦੀ ਫਾਰਮਰਸ ਨੂੰ ਵੀ ਜਿਹੜੀ ਇਨਸੈਕਟੀਸਾਈਡ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਯੂਰੀਆ ਜਿਹੜਾ ਲੀਚ ਹੋ ਕੇ ਪਾਣੀ ਦੇ ਵਿੱਚ ਥੱਲੇ ਜਾ ਰਿਹਾ, ਉਹਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਜਾਂ ਯੂਨੀਵਰਸਿਟੀ ਵੱਲੋਂ ਜੋ ਵੀ ਨਿਰਧਾਰਿਤ ਮਾਤਰਾ ਦੇ ਵਿੱਚ ਫਸਲਾਂ ਉੱਤੇ ਮਤਲਬ ਵੀ ਜਿਹੜੀ ਖਾਦਾਂ ਦੀ ਵਰਤੋਂ ਲਈ ਕਿਹਾ ਜਾਂਦਾ ਉਹ ਹੀ ਪਾਈ ਜਾਵੇ ਤਾਂ ਜੋ ਜਿਹੜੀ ਅਸੀਂ ਆਪਣੀ ਸਿਹਤ ਆ ਉਹਨੂੰ ਅਸੀਂ ਕਾਮਯਾਬ ਕਰ ਸਕੀਏ ਔਰ ਖੁਸ਼ਹਾਲ ਹੋ ਸਕੀਏ ਔਰ ਚਿਹਰਿਆਂ 'ਤੇ ਤੁਹਾਡਿਆਂ 'ਤੇ ਲਾਲੀ ਰਵੇ। ਅਗਰ ਤੁਸੀਂ ਵੱਧ ਵਰਤੋਂ ਕਰੋਗੇ ਜਾਂ ਜਿਹੜੇ ਸਾਡੇ ਪੀਣ ਵਾਲਾ ਪਾਣੀ ਆ ਜਿਹੜਾ ਪਹਿਲਾਂ ਮਿੱਠਾ ਹੁੰਦਾ ਸੀ, ਹੁਣ ਥੋੜ੍ਹਾ ਟੇਸਟ ਬਦਲ ਗਿਆ ਹੈ ਸਾਰਾ ਹੀ। ਔਰ ਜੇ ਤੁਸੀਂ ਟੈਸਟ ਕਰਾ ਲਓ ਜਾਂ ਕਰ ਲਓ ਤਾਂ ਇਹ ਸਾਰੇ ਜਿਹੜੇ ਮਤਲਬ ਨਾ ਇਹ ਤੁਹਾਡੀ ਸਿਹਤ ਦੇ ਉੱਤੇ ਤੱਤ ਅਸਰ ਕਰਨ ਵਾਲੇ ਵਿੱਚ ਹਾਜ਼ਰ ਹੋ ਰਹੇ ਹਨ। ਸੋ ਇਹਨੂੰ ਰੋਕਣ ਦੇ ਲਈ ਇੱਕੋ ਹੀ ਪਾਇਆ ਵੀ ਆਪਾਂ ਜਿਹੜੀ ਯੂਨੀਵਰਸਿਟੀ ਵੱਲੋਂ ਜਾਂ ਮਾਹਰਾਂ ਵੱਲੋਂ ਨਿਰਧਾਰਿਤ ਮਾਤਰਾ ਦੇ ਵਿੱਚ ਔਰ ਘੱਟ ਤੋਂ ਘੱਟ ਇਨਸੈਕਟੀਸਾਈਡ, ਪੈਸਟੀਸਾਈਡ ਔਰ ਖਾਦਾਂ ਦੀ ਵਰਤੋਂ ਕਰੀਏ ਔਰ ਆਪਣਾ ਵੀ ਪੈਸਾ ਬਚਾਈਏ ਔਰ ਆਪਣੀ ਸਿਹਤ ਦੀ ਵੀ ਅਸੀਂ ਸੁਰੱਖਿਆ ਕਰ ਸਕੀਏ। ਧੰਨਵਾਦ। ਥੋੜ੍ਹਾ ਹੋਰ ਵਿਸਥਾਰ ਦੇ ਵਿੱਚ ਸੇਖੋਂ ਸਾਹਿਬ। ਅਸੀਂ ਸਾਰੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਲੈਵਲ ਦੇ, ਬਲਾਕ ਲੈਵਲ ਦੇ ਤੇ ਪਿੰਡ ਲੈਵਲ ਦੇ ਕੈਂਪ ਲਾਉਣੇ ਆ। ਉਹਦੇ ਵਿੱਚ ਅਸੀਂ ਜਿਹੜੀ ਯੂਰੀਆ ਖਾਦ ਦੀ ਵਰਤੋਂ, ਯੂਰੀਆ ਖਾਦ ਦੀ ਗੱਲ ਹੋਈ ਆ ਵੀ ਯੂਰੀਆ ਜਿਹੜਾ ਇਹਦੀ ਨਾਈਟ੍ਰੇਟ ਦੀ ਮਾਤਰਾ ਪਾਣੀ ਵਿੱਚ ਜਿਹੜੀ ਹੁਣ 5 ਤੋਂ 6 ਮਿਲੀਗ੍ਰਾਮ ਹੋ ਗਈ। 70-71 ਵਿੱਚ ਇਹ ਅੱਧਾ ਮਿਲੀਗ੍ਰਾਮ ਸੀਗੀ। ਜੇ 10 ਮਿਲੀਗ੍ਰਾਮ ਤੇ ਪਹੁੰਚ ਗਈ ਤਾਂ ਜਿਹੜਾ ਪਾਣੀ ਆ ਪੀਣ ਯੋਗ ਨਹੀਂ ਰਹਿਣਾ ਹੈਗਾ। ਤੇ ਉਸ ਨੂੰ ਲੋੜ ਮੁਤਾਬਕ, ਮੈਂ ਜਿਹੜੀ ਪਹਿਲਾਂ ਗੱਲ ਕਰ ਚੁੱਕਿਆ ਵੀ ਲੋੜ ਮੁਤਾਬਕ ਹੀ ਜਿਹੜੀ ਖਾਦ ਵਰਤਣੀ ਆ, ਲੋੜ ਮੁਤਾਬਕ ਹੀ ਜਿਹੜੀ ਦਵਾਈ ਵਰਤਣੀ ਆ ਤੇ ਲੋੜ ਮੁਤਾਬਕ ਹੀ ਜਿਹੜਾ ਆਪਾਂ ਉਹਦੀ ਜ਼ਮੀਨ ਦੀ ਵਹਾਈ ਕਰਨੀ ਆ। ਤੇ ਜੇ ਯੂਰੀਏ ਨੂੰ ਅਸੀਂ ਜਿਹੜਾ ਯੂਰੀਏ ਦੀ ਵਰਤੋਂ ਲਈ ਅਸੀਂ ਝੋਨੇ ਤੇ ਕਣਕ ਵਾਸਤੇ ਪੱਤਾ ਰੰਗ ਇੱਕ ਚਾਰਟ ਯੂਨੀਵਰਸਿਟੀ ਕੰਨਿਓ ਤਿਆਰ ਕਰ ਦਿੱਤਾ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਪੱਤਾ ਰੰਗ ਚਾਰਟ ਦੇ ਨਾਲ ਹੀ ਖਾਦ ਪਾਈ ਜਾਵੇ। ਤੇ ਉਹਦੇ ਵਿੱਚ ਕਿਸਾਨ ਵੀਰਾਂ ਨੇ ਕੀ ਕਰਨਾ, ਉਹ ਪੱਤਾ ਰੰਗ ਚਾਰਟ ਖੇਤ ਵਿੱਚ ਜਾ ਕੇ ਸਵੇਰੇ 9 ਤੋਂ 10, ਸ਼ਾਮ ਨੂੰ 4 ਤੋਂ 5 ਉਹਦੇ ਵਿੱਚ ਜਾ ਕੇ ਆਪਦੀ ਉੱਤੇ ਪਰਛਾਵਾਂ ਕਰਕੇ ਪੱਤਿਆਂ ਤੇ 10 ਕੁ ਬੂਟਿਆਂ ਤੇ ਮਿਲਾ ਲੈਣਾ। ਜੇ ਉਹਦੀ ਚੌਥੀ ਟਿੱਕੀ ਨਾਲ, ਹੁਣ ਜੇ ਕਣਕ ਨੂੰ ਆਪਾਂ ਵਰਤਣਾ ਚੌਥੀ ਟਿੱਕੀ ਤੋਂ ਘੱਟ ਆ
ਤਾਂ ਆਪਾਂ ਦੂਜੇ ਪਾਣੀ ਨਾਲ 40 ਕਿਲੋ ਯੂਰੀਆ ਪਾ ਦੇਣਾ, ਜੇ ਨਹੀਂ ਹੈਗਾ ਤਾਂ 25 ਕਿਲੋ ਯੂਰੀਆ ਪਾਉਣਾ। ਉਹਦੇ ਨਾਲ ਜਿਹੜੀ ਤੁਹਾਡੀ ਯੂਰੀਆ ਦੀ ਜਿਹੜੀ ਕੰਜ਼ੰਪਸ਼ਨ ਘਟ ਜਾਊਗੀ ਤੇ ਜਿਹੜਾ ਤੁਹਾਡਾ ਉਹਦੇ ਨਾਲ ਝਾੜ ਵੱਧ ਜਾਊ। ਦੂਜੀ ਗੱਲ, ਅਸੀਂ ਆਮ ਤੌਰ ਤੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਫਸਲਾਂ ਦੀ ਰਹਿੰਦ ਖੂੰਹਦ ਆ, ਜਿੰਨੀ ਵੀ ਆਪਾਂ ਪਰਾਲੀ ਆ, ਇਹਨੂੰ ਆਪਾਂ ਵਾਧੂ ਸਮਝ ਕੇ ਅੱਗ ਲਾ ਦਿੰਦੇ ਆ। ਇਹਨੂੰ ਵਾਧੂ ਸਮਝ ਕੇ ਅੱਗ ਨਾ ਲਾਇਆ ਜਾਵੇ। ਤੇ ਬਹੁਤ ਸਾਰੇ ਜਿਹੜੇ ਤੱਤ ਨੇ, ਜਿਹੜੇ ਬੂਟੇ ਨੇ ਲਏ ਹੁੰਦੇ ਨੇ, ਕੁਝ ਦਾਣਿਆਂ ਵਿੱਚ ਚਲੇ ਜਾਂਦੇ ਨੇ ਤੇ ਕੁਝ ਉਹ ਪਰਾਲੀ ਵਿੱਚ ਰਹਿ ਜਾਂਦੇ ਨੇ, ਜਿਨ੍ਹਾਂ ਦਾ ਬਹੁਤ ਵੱਡਾ ਹਿੱਸਾ, ਜਿਵੇਂ ਆਪਾਂ ਨਾਈਟ੍ਰੋਜਨ ਕਹਿ ਦਈਏ ਤਾਂ 25%, ਫਾਸਫੋਰਸ ਆ 25%, ਜਿਹੜੀ ਪੋਟਾਸ਼ ਆ ਉਹ 75%, ਤੇ ਜਿਹੜੀ ਗੰਧਕ ਆ ਉਹ 50%, ਉਹਦੇ ਪਰਾਲੀ ਦੇ ਵਿੱਚ ਪਈ ਹੁੰਦੀ ਆ। ਜੇ ਉਹ ਖੇਤ ਵਿੱਚ ਵਾਹੀ ਜਾਵੇ ਤੇ ਖੇਤ ਵਿੱਚ ਵਾਹ ਕੇ ਬੀਜੀ ਜਾਵੇ ਤਾਂ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੁਹਾਡੀ ਖਾਦਾਂ ਦੀ ਖਪਤ ਘਟ ਜੂ, ਤੇ ਜਿਹੜਾ ਵਾਤਾਵਰਨ ਅੱਗ ਲਾ ਕੇ ਪ੍ਰਦੂਸ਼ਿਤ ਕਰਦੇ ਆ ਉਹ ਵੀ ਬੰਦ ਹੋ ਜੂ। ਉਹਦੇ ਵਾਸਤੇ ਮੈਂ ਜਿਹੜੇ ਅੱਜ ਕੋਆਪਰੇਟਿਵ ਅਦਾਰੇ ਤੋਂ ਜਿੰਨੇ ਵੀ ਇੱਥੇ ਸਾਡੇ ਅਧਿਕਾਰੀ ਬੈਠੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਹਰੇਕ ਕੋਆਪਰੇਟਿਵ ਸੁਸਾਇਟੀ 'ਚ ਜਿਹੜਾ ਇੱਕ ਚੌਪਰ ਆ, ਉਹ ਚੌਪਰ ਵੱਧ ਤੋਂ ਵੱਧ ਚੌਪਰ ਦਿੱਤੇ ਜਾਣ, ਜਿਹਦੇ ਨਾਲ ਉਹ ਬਰੀਕ ਕਰਕੇ ਖੇਤ 'ਚ ਖਿੰਡਾਇਆ ਜਾਂਦਾ। ਉਹਦੇ ਵਿੱਚ ਚੌਪਰ ਨਾਲ ਜਦੋਂ ਆਪਾਂ ਚੌਪਿੰਗ ਕਰਕੇ ਬੀਜਦੇ ਆ, ਆਲੂ ਤੱਕ ਵੀ ਬੀਜੇ ਜਾ ਸਕਦੇ ਨੇ। ਤੇ ਇਸ ਕਰਕੇ ਜੇ ਵਾਤਾਵਰਨ ਨੂੰ ਬਚਾਉਣ ਲਈ ਜਿਹੜਾ ਆਪਾਂ ਨੂੰ ਇਹ ਉਪਰਾਲੇ ਕਰਨੇ ਪੈਣਗੇ, ਲੋੜ ਮੁਤਾਬਕ, ਖੇਤੀਬਾੜੀ ਮਹਿਰਾਂ ਦੇ ਮੁਤਾਬਕ, ਤੇ ਉਹਦੇ ਮੁਤਾਬਕ ਹੀ ਚੱਲ ਕੇ ਜੇ ਆਪਾਂ ਖੇਤੀ ਨੂੰ ਗਾਹਾਂ ਜਿਹੜੀ ਖਰਚੇ ਘਟਾ ਸਕਦੇ ਆ ਤੇ ਆਮਦਨ ਵਧਾ ਸਕਦੇ ਆ।